ਹਜ਼ੂਰੀ ਰਾਗੀ। ਇੱਕ ਸਾਡੀ ਮੱਤ ਵਿੱਚ ਬੜਾ ਵੱਡਾ ਦੁਬਦਾ ਕਹਿ ਲਓ ਜਾਂ ਸ਼ਰਧਾ ਕਹਿ ਲਓ ਕਿ ਅਸੀਂ ਹਜ਼ੂਰੀ ਰਾਗੀ ਨੂੰ ਬੜਾ ਸੱਚਾ ਉੱਚਾ ਦਰਜਾ ਦਿੰਦੇ ਹਾਂ ਕਿ ਇਹ ਹਜ਼ੂਰੀ ਰਾਗੀ ਨੇ। ਕਿਹੜੇ ਹਜ਼ੂਰੀ ਰਾਗੀ? ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਦਾ ਮੌਕਾ ਮਿਲਿਆ ਜਾਂ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੇ ਨਾਲ ਇੱਕ ਲਫ਼ਜ਼ ਲੱਗ ਜਾਂਦਾ, ਸੋ ਐਂਡ ਸੋ ਸਿੰਘ ਹਜ਼ੂਰੀ ਰਾਗੀ। ਔਰ ਅਸੀਂ ਵੀ ਫਿਰ ਉਹਨਾਂ ਨੂੰ ਆਪਣੇ ਸਮਾਗਮਾਂ ਵਿੱਚ ਜਾਂ ਘਰਾਂ ਵਿੱਚ ਜਾਂ ਦੇਸਾਂ ਪ੍ਰਦੇਸਾਂ 'ਚ ਬੁਲਾਉਣ ਦੇ ਲਈ ਬੜੀ ਇੱਜ਼ਤ ਮਹਿਸੂਸ ਕਰਦੇ ਹਾਂ ਔਰ ਬੜੇ ਸ਼ਾਨ ਨਾਲ ਕਹਿੰਦੇ ਹਜ਼ੂਰੀ ਰਾਗੀ ਨੇ ਕੀਰਤਨ ਕੀਤਾ ਜੀ। ਹਜ਼ੂਰੀ ਕੀਰਤਨੀ ਆਏ ਸੀ। ਹੁਣ ਅਸੀਂ ਹਜ਼ੂਰ ਦਾ ਲਫ਼ਜ਼ ਤਾਂ ਇਹ ਕਦੀ ਵਿਚਾਰ ਕੀਤੀ, ਹਜ਼ੂਰ ਕਿ ਇਹ ਲਫ਼ਜ਼ ਬਹੁਤ ਛੋਟਾ ਜਿਹਾ। ਇਹ ਉਹ ਲਫ਼ਜ਼ ਆ ਹਜ਼ੂਰ ਕਿਹਦੇ ਤੇ ਸੰਬੰਧ ਰੱਖਦਾ ਹੈ? ਮਾਲਕ ਨਾਲ। ਉਸ ਹਜ਼ੂਰ ਦੀ ਹਜ਼ੂਰੀ ਨੂੰ ਜਦੋਂ ਕਬੂਲ ਕਰ ਲਿਆ ਮੈਂ ਕਰਨੀ, ਉਸ ਮਾਲਕ ਦੀ ਜਦੋਂ ਹਜ਼ੂਰੀ ਮੈਂ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਮੈਂ ਹਜ਼ੂਰੀ ਹਾਂ। ਮੈਂ ਤਾਂ ਸਿਰਫ ਇੱਕ ਦਰਬਾਰ ਸਾਹਿਬ ਵਿੱਚ ਹੀ ਕੀਰਤਨ ਕਰਨ ਵਾਲਾ ਹਜ਼ੂਰੀ ਨਹੀਂ ਬਣ ਜਾਣਾ। ਹਜ਼ੂਰੀ ਉਦੋਂ ਸ਼ੁਰੂਆਤ ਹੋਵੇਗੀ ਜਦੋਂ ਗੁਰਬਾਣੀ ਦੀ ਹਜ਼ੂਰੀ ਮੈਂ ਸਿੱਖ ਲਈ। ਉਹ ਭਲੇ ਮੈਂ ਖੁੱਲ੍ਹੇ ਅਸਮਾਨ ਤਲੇ ਬੈਠਾ ਕਿੱਥੇ, ਹੁਣ ਮੈਂ ਇਸ ਰਾਗ ਦੀ ਇਸ ਕੀਰਤਨ ਦਾ ਕੋਈ ਵਿਚਾਰ ਵਿਮਰਸ਼ ਧੰਦਾ ਨਹੀਂ ਕਰ ਰਿਹਾ। ਮੈਂ ਹੁਣ ਮਾਇਆ ਤੋਂ ਵੀ ਉੱਤੇ ਜਾ ਚੁੱਕਾ। ਮੈਂ ਈਸ਼ਵਰ ਦੀ, ਉਸ ਮਾਲਕ ਦੀ, ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਆਪਣੀ ਸੁਰਤੀ ਨੂੰ ਲਿਜਾ ਕੇ, ਧਿਆਨ ਨੂੰ ਲਿਜਾ ਕੇ ਮੈਂ ਹੁਣ ਜਿਹੜਾ ਕੀਰਤਨ ਕਰਦਾ ਨਾ, ਮੈਂ ਮਾਲਕ ਨੂੰ ਹਜ਼ੂਰ ਸਮਝ ਕੇ ਔਰ ਉਸ ਦੀ ਹਜ਼ੂਰੀ ਵਿੱਚ ਕੀਰਤਨ ਕਰਦਾ ਹਾਂ। ਇਹਦੇ ਲਈ ਮੈਨੂੰ ਕਿਸੇ ਗੁਰਦੁਆਰੇ ਦੀ, ਕਿਸੇ ਜਗ੍ਹਾ ਦੀ, ਸਥਾਨ ਦੀ ਲੋੜ ਨਹੀਂ। ਹਾਰਮੋਨੀਅਮ ਦੀ ਵੀ ਲੋੜ ਨਹੀਂ। ਗਲਾ ਸੁਰ ਵਿੱਚ ਹੈਗਾ ਕਿ ਨਹੀਂ ਹੈਗਾ ਉਹ ਵੀ ਲੋੜ ਨਹੀਂ ਹੈ। ਦੁਨੀਆ ਨੂੰ ਚੰਗੇ ਲੱਗਦੇ ਆ ਸੁਰ ਤਾਲ, ਮਾਲਕ ਨੂੰ ਹਜ਼ੂਰੀ ਕਬੂਲ ਹੈ। ਤੇ ਹਜ਼ੂਰੀ ਕਿੱਥੋਂ ਹੋਣੀ ਹੈ? ਹਜ਼ੂਰੀ ਤਾਂ ਅੰਦਰ ਨੇ ਕਰਨੀ ਹੈ। ਕੀਰਤਨ ਤਾਂ ਅੰਦਰੋਂ ਆਉਣਾ ਸੀ, ਵੈਰਾਗ ਦਾ। ਭਾਵੇਂ ਉਹ ਬੇਸੁਰਾ ਹੁੰਦਾ ਪਰ ਬੇਸਵਾਦਾ ਨਾ ਹੁੰਦਾ। ਉਹ ਤਪਲੇ ਤੋਂ ਬਿਨਾਂ, ਹਾਰਮੋਨੀਅਮ ਤੋਂ ਬਿਨਾਂ, ਸਾਜ਼ਾਂ ਤੋਂ ਬਿਨਾਂ ਕਿ ਅਸੀਂ ਉਸ ਹਜ਼ੂਰੀ ਰਾਗੀ ਨੂੰ ਪਹਿਚਾਨ ਲਿਆ। ਉਹ ਕਿੱਥੇ? ਉਹ ਤੁਹਾਡੇ ਔਰ ਮੇਰੇ ਆਪਣੇ ਆਪਣੇ ਅੰਦਰ ਹੈ। ਤੁਹਾਡਾ ਹਜ਼ੂਰੀ ਰਾਗੀ ਤੁਹਾਡੇ ਅੰਦਰ ਆ। ਜਾਂ ਕਹਿੰਦੇ ਉਹ ਜਿਹੜਾ ਸਾਨੂੰ ਹਜ਼ੂਰ ਦੀ ਗੱਲ ਆਪਣੇ ਅਨੁਭਵ ਦੇ ਵਿੱਚੋਂ ਦੱਸ ਰਿਹਾ ਹੈ, ਜਿਹਦੇ ਹਜ਼ੂਰ, ਜਿਹਨੇ ਗੁਰਬਾਣੀ ਦੀ ਹਜ਼ੂਰੀ ਸਿੱਖ ਲਈ, ਗੁਰਬਾਣੀ ਦਾ ਸੰਦੇਸ਼ ਸਿੱਖ ਲਿਆ, ਗੁਰਬਾਣੀ ਦਾ ਅਸਲੀ ਨਿਚੋੜ ਸਿੱਖ ਲਿਆ। ਨਹੀਂ ਤੇ ਅਸੀਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੀਏ, ਗੁਰਬਾਣੀ ਸਾਡੇ ਜੀਵਨ ਦਾ ਧੰਦਾ ਬਣ ਗਈ ਹੈ। ਜਿਹਦੇ ਜਿੰਨੀ ਗੁਰਬਾਣੀ ਸ਼ਬਦ ਵਿੱਚ ਕੈਸਟਾਂ ਆਈਆਂ ਨੇ, ਸੀਡੀਆਂ ਆਈਆਂ ਨੇ, ਆਨਲਾਈਨ ਹਿੱਟ ਆ, ਜਿਹਦੇ ਸੁਰ ਬੜਾ ਵਧੀਆ, ਜਿਹਨੂੰ ਰਾਗਦਾਰੀ ਬੜੀ ਪੱਕੀ ਆ, ਕਕਾਰਾਂ ਦਾ ਬੜਾ ਪੱਕਾ, ਸਾਡੇ ਲਈ ਉਹ ਰਾਗੀ ਓਨਾ ਹੀ ਵੱਡਾ, ਓਨਾ ਹੀ ਉੱਚਾ ਹੈ। ਪਰ ਕੀ ਉਸਨੇ ਸੱਚਮੁੱਚ ਹਜ਼ੂਰ ਦੀ ਹਜ਼ੂਰੀ ਸਿੱਖ ਲਈ ਹੈ? ਇਹਦਾ ਮੈਂ ਪਹਿਲਾਂ ਵੀ ਇੱਕ ਬੇਨਤੀ ਕਰ ਚੁੱਕਾ, ਇਹ ਗੁਰਬਾਣੀ ਤਾਂ ਗੁਰੂਆਂ ਦਾ ਤਜਰਬਾ ਹੈ। ਇਹ ਤਾਂ ਉਹਨਾਂ ਦਾ ਅਨੁਭਵ ਹੈ, ਇਹ ਤਾਂ ਉਹਨਾਂ ਦਾ ਆਪਣਾ ਅਭਿਆਸ ਹੈ। ਉਹਨਾਂ ਨੇ ਆਪਣਾ ਅਭਿਆਸ ਸਾਨੂੰ ਲਿਖ ਕੇ ਦਿੱਤਾ, ਭਾਈ ਇਸ ਤਰ੍ਹਾਂ ਕਰਿਓ ਜੇ। ਅਸੀਂ ਕਰਨਾ ਛੱਡ ਕੇ ਗਾਉਣਾ ਕਰਤਾ ਔਰ ਗਾਉਣ ਤੋਂ ਅਸੀਂ ਕਮਾਉਣਾ ਸ਼ੁਰੂ ਕਰ ਦਿੱਤਾ। ਅੱਜ ਵੇਖੀਏ ਕੀਰਤਨੀਏ, ਜ਼ਿੰਦਗੀ ਲੰਘ ਗਈ ਕੀਰਤਨ ਕਰਦਿਆਂ, ਕੋਠੀ ਵੀ ਬਣ ਗਈ, ਕਾਰ ਵੀ ਆ ਗਏ, ਦੇਸ਼ ਪ੍ਰਦੇਸ਼ ਵੀ ਘੁੰਮੇ, ਪੈਰ ਕੋ ਬੈਂਕ ਬੈਲੈਂਸ ਵੀ ਬਣ ਗਿਆ ਕਿ ਮੈਂ ਉਸ ਹਜ਼ੂਰ ਦੀ ਹਜ਼ੂਰੀ ਲੱਭ ਲਈ। ਕੀ ਮੈਂ ਉਸ ਮਾਲਕ ਦੀ ਹਜ਼ੂਰੀ ਕਰ ਲਈ? ਉਸ ਹਜ਼ੂਰ ਨੂੰ ਲੱਭ ਲਿਆ ਔਰ ਮੈਂ ਆਪਣੇ ਆਪ ਨੂੰ ਉਸ ਦੇ ਰੂਬਰੂ ਕਰ ਲਿਆ, ਕਿਉਂਕਿ ਹਜ਼ੂਰ ਤਾਂ ਉਹ ਮਾਲਕ ਹੈ ਤੇ ਹਜ਼ੂਰੀ ਤਾਂ ਮੇਰੇ ਅੰਦਰ ਨੇ ਕਰਨੀ ਆ, ਤਨ ਨੇ ਥੋੜ੍ਹੀ ਹਜ਼ੂਰੀ ਕਰਨੀ ਹੈ। ਤਨ ਤਾਂ ਜ਼ਰੀਆ ਹੈ।
ਅਸੀਂ ਇਸ ਲਫ਼ਜ਼ ਨੂੰ ਸਮਝੀਏ, ਅਸੀਂ ਇਸ ਅੱਖਰ ਨੂੰ ਸਮਝੀਏ। ਹਜ਼ੂਰ ਦੀ ਹਜ਼ੂਰੀ ਦੇ ਨਾਲ ਹੀ ਹਜ਼ੂਰੀ ਬਣਿਆ ਜਾਣਾ ਹੈ। ਤੇ ਜਦੋਂ ਅਸੀਂ ਉਸ ਹਜ਼ੂਰੀ ਦੀ ਸੰਗਤ ਕਰਾਂਗੇ, ਜਦੋਂ ਗੁਰਬਾਣੀ ਵਿੱਚ ਸੰਤ ਮਹਾਂਪੁਰਖਾਂ ਦਾ ਨਾਮ ਦਾ ਸੰਤਾਂ ਦੀ ਸੰਗਤ, ਕਿਹੜੇ ਸੰਤ ਦੀ? ਜਿਸਨੇ ਹਜ਼ੂਰ ਦੀ ਹਜ਼ੂਰੀ ਸਿੱਖ ਲਈ ਹੈ। ਕਿਹੜੇ ਸਾਧ ਦੀ? ਜਿਸਨੇ ਹਜ਼ੂਰ ਦੀ ਹਜ਼ੂਰੀ ਸਿੱਖ ਲਈ ਹੈ। ਜਿਹੜਾ ਹੁਣ ਆਪਣੀ ਹਜ਼ੂਰੀ ਦੇ ਵਿੱਚੋਂ, ਆਪਣੀ ਕਿਰਦਾਰ ਦੇ ਵਿੱਚੋਂ ਉਹਦੀ ਵਿਚਾਰ ਮੈਨੂੰ ਸੁਣਾ ਰਿਹਾ ਹੈ। ਅਸੀਂ ਉਸ ਹਜ਼ੂਰੀ ਰਾਗੀ ਦਾ ਕੀਰਤਨ ਸੁਣੀਏ। ਉਹ ਤਾਂ ਹੀ ਮੁਮਕਿਨ ਹੈ, ਉਹ ਤਾਂ ਹੀ ਸਾਡੇ ਲਈ ਲਾਜ਼ਮ ਹੈ ਜੇ ਅਸੀਂ ਗੁਰਬਾਣੀ ਨੂੰ ਸਮਝੀਏ। ਅਸੀਂ ਤਾਂ ਘਰਾਂ 'ਚ ਕੀਰਤਨ ਕਰਵਾਉਣ ਦੀ ਇੱਕ ਰੀਤ ਬਣਾਈ, ਕੀਰਤਨ ਹੋਣਾ ਚਾਹੀਦਾ 2-3 ਘੰਟੇ। ਪਰ ਅਸੀਂ ਇਹ ਨਹੀਂ ਕਹਿੰਦੇ ਭਾਈ ਜਿਹੜਾ ਕੀਰਤਨੀਆ ਆਇਆ ਨਾ, ਉਹ ਸਾਨੂੰ ਸੰਸਾਰ ਦੀ ਵਿਚਾਰ ਨਾ ਸਿਖਾਵੇ, ਧਾਮਾਂ ਦੀ ਵਿਚਾਰ ਨਾ ਸਿਖਾਵੇ, ਇਤਿਹਾਸ ਨਾ ਸਿਖਾਵੇ ਗੁਰੂਆਂ ਦੇ, ਕਿੱਥੇ ਜਨਮ ਲਿਆ ਸੀ, ਕਦੋਂ ਜੋਤੀ ਜੋਤ ਹੋਏ ਸੀ, ਉਹਨਾਂ ਦੀ ਔਲਾਦ ਕਿੰਨੀ ਸੀ, ਉਹਨਾਂ ਦੇ ਬੱਚੇ ਕਿੰਨੇ ਸੀ, ਉਹਨਾਂ ਨੇ ਕੀ ਕੀ ਕਰਾਮਾਤਾਂ ਕੀਤੀਆਂ। ਇਹ ਨਾ ਸਾਨੂੰ ਸਿਖਾ। ਤੂੰ ਹਜ਼ੂਰੀ ਹੈ ਹਜ਼ੂਰ ਦਾ। ਤੂੰ ਮੈਨੂੰ ਗੁਰੂਆਂ ਦਾ ਕਿਰਦਾਰ ਜੋ ਗੁਰਬਾਣੀ ਵਿੱਚ ਆ ਉਸ ਨੂੰ ਨਾਲ ਲੈ ਕੇ ਆਪਣੀ ਵਿਚਾਰ ਕਰਨਾ, ਹਜ਼ੂਰ ਦੀ ਹਜ਼ੂਰੀ ਦੀ ਗੱਲ ਸਿਖਾ। ਉਸ ਮਾਲਕ ਦੀ ਹਜ਼ੂਰੀ ਕਰਨੀ ਮੈਨੂੰ ਵੀ ਸਿਖਾ ਜੇ ਤੂੰ ਸੱਚਮੁੱਚ ਹਜ਼ੂਰੀ ਹੈ। ਮੈਨੂੰ ਗੁਰਦੁਆਰਿਆਂ ਨਾਲ ਨਾ ਜੋੜ, ਮੈਨੂੰ ਬਾਹਰ ਦੇ ਹਾਰ ਸ਼ਿੰਗਾਰ ਨਾਲ ਨਾ ਜੋੜ, ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਨਾ, ਮੈਨੂੰ ਗੁਰਬਾਣੀ ਦੇ ਰਾਹ ਤੋਰ, ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹ ਤੋਰ। ਅਸੀਂ ਕਹਿੰਦੇ ਜੁੜੋ, ਲੜ ਲੱਗੋ। ਲੜ ਲੱਗ ਕੇ ਮੁੜ ਕੇ ਅਸੀਂ ਲੜ ਛੱਡ ਵੀ ਦਿੰਦੇ ਹਾਂ। ਜਿਹੜਾ ਲੜ ਹੀ ਲੱਗ ਗਿਆ, ਜਿਹਦੇ ਲੜ ਹੀ ਲੱਗ ਗਿਆ, ਜਿਹੜੇ ਵੀ ਗੁਰੂ ਦੇ ਲੜ ਲੱਗ ਗਿਆ, ਗੁਰਬਾਣੀ ਦੇ ਲੜ ਹੀ ਲੱਗ ਗਿਆ, ਦੂਜੀ ਵਿਚਾਰ ਹੀ ਨਹੀਂ ਆਉਣੀ। ਹੁਣ ਤਾਂ ਜੋ ਗੁਰਬਾਣੀ ਕਹੂਗੀ ਉਹੀ ਹੋਊ ਮੇਰੇ ਲਈ। ਗੁਰਬਾਣੀ ਕਿੱਥੇ ਕਹਿੰਦੀ ਤੀਰਥਾਂ ਤੇ ਜਾ ਜਾ ਕੇ ਦਰਸ਼ਨ ਕਰੋ। ਜਦੋਂ ਅਸੀਂ ਲੜ ਹੀ ਗੁਰਬਾਣੀ ਦੇ ਲੱਗੇ ਆ, ਲੜ ਹੀ ਜਦੋਂ ਅਸੀਂ ਗੁਰਬਾਣੀ ਦਾ ਫੜ ਲਿਆ, ਫਿਰ ਤਾਂ ਘਰ ਦੇ ਵਿੱਚ ਬਹਿ ਕੇ ਵਿਚਾਰ ਹੋਣੀ ਚਾਹੀਦੀ ਹੈ। ਫਿਰ ਅਸੀਂ ਭੱਜ ਭੱਜ ਹੇਮਕੁੰਡ ਸਾਹਿਬ ਕਿਉਂ ਜਾਂਦੇ ਹਾਂ, ਭੱਜ ਭੱਜ ਨੰਦੇੜ ਸਾਹਿਬ ਕਿਉਂ ਜਾਂਦੇ ਹਾਂ, ਭੱਜ ਭੱਜ ਪਾਕਿਸਤਾਨ ਕਿਉਂ ਜਾਂਦੇ ਹਾਂ, ਪੰਜਾ ਸਾਹਿਬ। ਜਦੋਂ ਗੁਰੂ ਹੀ ਗੁਰਬਾਣੀ ਹੈ ਤੇ ਗੁਰੂ ਤਾਂ ਸਾਡੇ ਕੋਲੇ ਆ। ਉਹ ਵਜ੍ਹਾ ਕੀ ਹੈ? ਗੁਰੂ ਸਾਡੇ ਕੋਲੇ ਆ, ਪਰ ਮੈਂ ਗੁਰੂ ਦੇ ਨੇੜੇ ਅਜੇ ਤੱਕ ਨਹੀਂ ਹੋਇਆ। ਮੇਰੇ ਘਰ ਵਿੱਚ ਜ਼ਰੂਰ ਗੁਰੂ ਹੈ, ਪਰ ਮੇਰੇ ਅੰਦਰ ਅਜੇ ਗੁਰੂ ਨਹੀਂ ਹੈ। ਗੁਰੂ ਪ੍ਰਗਟ ਹੋਣਾ ਅੰਦਰੋਂ। ਜਦੋਂ ਹਜ਼ੂਰ ਦੀ ਹਜ਼ੂਰੀ ਕਹਿੰਦੇ, ਹਜ਼ੂਰ ਦੀ ਹਜ਼ੂਰੀ ਉਦੋਂ ਆਊਗੀ ਜਦੋਂ ਗੁਰੂ ਦੀ ਹਜ਼ੂਰੀ ਕਰਨੀ ਆ ਗਈ। ਜਦੋਂ ਗੁਰੂ ਦੀ ਹਜ਼ੂਰੀ ਕਰਨੀ ਆ ਗਈ, ਫਿਰ ਅੰਦਰੋਂ ਹਜ਼ੂਰ ਦੀ ਰਾਹ ਲੱਭਣੀ ਆ ਤੇ ਫਿਰ ਉਸ ਮਾਲਕ ਦੀ ਹਜ਼ੂਰੀ ਕਰਨੀ ਹੈ। ਫਿਰ ਬਣਿਆ ਜਾਣਾ ਗੁਰੂ ਦੇ ਪਿਆਰਿਓ ਹਜ਼ੂਰੀ ਰਾਗੀ। ਜਦੋਂ ਉਸਦੇ ਸਾਹਮਣੇ ਬਹਿ ਕੇ ਆਪਣੇ ਦੁਖੜੇ ਰੋਏ, ਜਦੋਂ ਉਸਦੇ ਸਾਹਮਣੇ ਬਹਿ ਕੇ ਆਪਣੇ ਵੈਣ ਪਾਏ, ਕੀਰਨੇ ਪਾਏ, ਕੀਰਨਿਆਂ ਚੋਂ ਕੀਰਤਨ ਨਿਕਲਣਾ, ਫਿਰ ਪੀੜਾਂ ਚੋਂ ਕੀਰਤਨ ਨਿਕਲਣਾ, ਫਿਰ ਵਿਰਾਗ ਚੋਂ ਕੀਰਤਨ ਨਿਕਲਣਾ, ਫਿਰ ਦਰਦ ਵਿੱਚੋਂ ਕੀਰਤਨ ਨਿਕਲਣਾ। ਫਿਰ ਕਹਿਣਾ ਅੱਜ ਮੈਂ ਹਜ਼ੂਰੀ ਰਾਗੀ ਹਾਂ। ਅੱਜ ਮੈਂ ਹਜ਼ੂਰ ਨੂੰ ਸਾਹਮਣੇ ਵੇਖ ਕੇ ਆਪਣੇ ਆਪ ਨੂੰ ਉਹਦੀ ਹਜ਼ੂਰੀ 'ਚ ਬਿਠਾ ਕੇ ਹਜ਼ੂਰੀ ਦੇ ਲਫ਼ਜ਼, ਉਹਦੀ ਸਿਫਤ ਦੇ ਲਫ਼ਜ਼ ਮੈਂ ਅੱਜ ਗਾ ਰਿਹਾ। ਕਿਹਦੇ ਸਾਹਮਣੇ? ਉਹਦੇ ਹੀ ਸਾਹਮਣੇ, ਸੰਸਾਰ ਸਾਹਮਣੇ ਨਹੀਂ। ਇਸ ਕਰਕੇ ਲਫ਼ਜ਼ਾਂ ਦਾ ਵਜੂਦ ਵੇਖੀਏ ਗੁਰੂ ਪਿਆਰਿਓ। ਇਹ ਛੋਟੇ ਛੋਟੇ ਲਫ਼ਜ਼ ਬੇਸ਼ਕੀਮਤੀ ਨੇ, ਬੜਾ ਵਚਨ ਰੱਖਦੇ ਨੇ। ਬਹੁਤ ਤਾਕਤ ਇਹਨਾਂ 'ਚ ਸਮਝੀਏ ਤਾਂ ਅਸੀਂ ਇਹਨਾਂ ਦੀ ਗਹਿਰਾਈ ਨੂੰ। ਅਸੀਂ ਤਾਂ ਹਜ਼ੂਰੀ ਨੂੰ ਮਜ਼ਾਕ ਬਣਾ ਲਿਆ। ਹਜ਼ੂਰੀ, ਜਿਹੜਾ ਕਿਹੜਾ ਹਜ਼ੂਰੀ ਰਾਗੀ, ਜਿਹੜਾ ਕਿਹੜਾ ਹਜ਼ੂਰੀ ਰਾਗੀ। ਔਰ ਉਹ ਵੀ ਬੜੇ ਮਾਣ ਨਾਲ ਕਹਿੰਦੇ ਅਸੀਂ ਹਜ਼ੂਰੀ ਰਾਗੀ ਹਾਂ। ਉਹ ਜਿਹਨੇ ਹਜ਼ੂਰ ਦੀ ਹਜ਼ੂਰੀ ਕਰ ਲਈ ਉਹ ਤਾਂ ਕਹੂਗੇ ਨਹੀਂ ਕਿ ਮੈਂ ਕਿੱਥੇ ਰਾਗੀ। ਮੈਂ ਅੰਮ੍ਰਿਤਧਾਰੀ ਹਾਂ, ਨਹੀਂ ਤੂੰ ਅੰਮ੍ਰਿਤ ਛਕਿਆ ਨਹੀਂ। ਮੈਂ ਸਿੱਖ ਹਾਂ, ਨਹੀਂ ਤੂੰ ਸਿੱਖ ਨਹੀਂ। ਮੈਂ ਹਜ਼ੂਰੀ ਰਾਗੀ ਹਾਂ, ਨਹੀਂ ਤੂੰ ਹਜ਼ੂਰੀ ਰਾਗੀ ਨਹੀਂ। ਕਿਉਂਕਿ ਮੈਂ ਬੜੀ ਅੜਕਦੀ ਪਈ, ਮੈਂ ਸਭ ਤੋਂ ਪਹਿਲੋਂ ਆਉਂਦੀ ਪਈ ਹੈ।
ਹਜ਼ੂਰ ਨੂੰ ਸਿੱਖੀਏ, ਹਜ਼ੂਰੀ ਕਰੀਏ। ਗੁਰੂ ਪਿਆਰੇ, ਹਜ਼ੂਰੀ ਤਾਂ ਹੋਣੀ ਜਦੋਂ ਗੁਰੂ ਦੀ ਹਜ਼ੂਰੀ ਕਰਾਂਗੇ। ਗੁਰੂ ਨੂੰ ਘਰੇ ਬੁਲਾ ਲਿਆ, ਗੁਰੂ ਨੂੰ ਘਰੇ ਸੱਦ ਲਿਆ, ਪ੍ਰਕਾਸ਼ ਵੀ ਕਰ ਲਿਆ, ਪਰ ਮੈਂ ਤਾਂ ਅਜੇ ਗੁਰੂ ਕੋਲੇ ਜਾਣਾ ਕਬੂਲ ਨਹੀਂ ਕੀਤਾ। ਮੇਰੇ ਮਨ ਨੇ ਤਾਂ ਗੁਰੂ ਦੀ ਹਜ਼ੂਰੀ ਨਹੀਂ ਮੰਨੀ। ਮੈਂ 3 ਦਿਨ ਘਰੇ ਖੰਡ ਪਾਠ ਕਰਾ ਕੇ ਬੜੀ ਸੇਵਾ ਕੀਤੀ, ਭਾਈ ਸਾਹਿਬਾਂ ਦੀ ਬੜੀ ਸੇਵਾ ਕੀਤੀ, ਲੰਗਰ ਬੜਾ ਵੱਡਾ ਲਾਇਆ, ਕਮਰਾ ਬੜਾ ਸਜਾਇਆ, ਦੁੱਧ ਨਾਲ ਧੋਤਾ, ਪਰ ਮੇਰੇ ਮਨ ਨੇ ਅਜੇ ਹਜ਼ੂਰੀ ਨਹੀਂ ਕੀਤੀ। ਪੂਰੇ ਸੰਸਾਰ ਵਿੱਚ, ਸਾਰੇ ਸਮਾਜ ਵਿੱਚ, ਜ਼ਮੀਨ ਅਸਮਾਨ 'ਚ, ਪਤਾਲ 'ਚ ਗੁਰੂ ਨੂੰ ਬਿਠਾਉਣ ਦੀ ਜਗ੍ਹਾ ਇੱਕੋ ਹੀ ਆ, ਉਹ ਆ ਹਿਰਦਾ। ਨਾ ਘਰ ਵਿੱਚ, ਨਾ ਮਖਮਲੀ ਰਜਾਈਆਂ 'ਤੇ, ਨਾ ਕੰਬਲਾਂ 'ਤੇ, ਨਾ ਏਸੀਆਂ 'ਤੇ, ਨਾ ਰੁਮਾਲਿਆਂ 'ਤੇ। ਗੁਰੂ ਨੂੰ ਇੱਕ ਨਿਰਮਲ ਜਗ੍ਹਾ ਚਾਹੀਦੀ। ਨਿਰਮਲ ਕਿਹੜੀ ਚੀਜ਼ ਹੈ? ਅੱਖਾਂ ਨਾਲ ਵੇਖਦੀ ਚੀਜ਼ ਕੋਈ ਵੀ ਨਿਰਮਲ ਨਹੀਂ। ਸਾਫ਼ ਹੋ ਸਕਦੀ ਹੈ, ਸ਼ੁੱਧ ਨਹੀਂ। ਮਨ ਨਿਰਮਲ, ਉੱਥੇ ਗੁਰੂ ਨੇ ਬੈਠਣਾ ਹੈ। ਤੇ ਅਸੀਂ ਕਦੀ ਗੁਰੂ ਨੂੰ ਉੱਥੇ ਬਿਠਾਉਣ ਦੀ ਕੋਸ਼ਿਸ਼ ਕੀਤੀ? ਘਰ ਵਿੱਚ ਸੱਦਣ ਲਈ ਅਸੀਂ ਮਹਾਂਪੁਰਖਾਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ ਘਰਾਂ 'ਚ ਚਰਨ ਪਵਾ ਕੇ ਬੜੇ ਖੁਸ਼ ਹੁੰਦੇ ਹਾਂ। ਧੰਨ ਪਾ ਕੇ ਸਾਡਾ ਘਰ ਸ਼ੁੱਧ ਹੋ ਗਿਆ। ਤੇ ਗੁਰਬਾਣੀ ਕਿਹੜਾ ਘਰ ਨੂੰ ਕਹਿੰਦੀ ਸੀ? ਇਹ ਜਿਹੜਾ 5 ਤੱਤਾਂ ਦਾ ਘਰ ਸੀ, ਇਹਨੂੰ ਸ਼ੁੱਧ ਕਰ ਹੋਏ। ਇਹ ਵੀ ਮਿੱਟੀ। ਇਹਦੇ ਅੰਦਰ ਸਾਧੂ ਦੇ ਚਰਨ ਕਿਹੜੇ ਸੀ? ਬੋਲ ਵਚਨ। ਅਸੀਂ ਤਾਂ ਪੈਰ ਧੋ ਧੋ ਪੀਂਦੇ ਹਾਂ। ਅਸੀਂ ਤਾਂ ਚੀਜ਼ਾਂ ਸਾਂਭ ਰੱਖਦੇ ਹਾਂ, ਚੋਲੇ ਸਾਂਭ ਕੇ ਰੱਖਦੇ ਹਾਂ, ਕੋਈ ਮਾਲਾ ਸਾਂਭ ਕੇ ਰੱਖਦਾ। ਗੁਰੂ ਜੀ ਆਪਦੇ ਹੱਥ ਦੀ ਮਾਲਾ ਸਾਨੂੰ ਦੇ ਦਿਓ। ਤੇ ਜੇ ਕਿਤੇ ਸ਼ਬਦ, ਸਿੱਖਿਆ ਵਾਲੇ ਸ਼ਬਦ, ਗੁਰਬਾਣੀ ਦੀ ਸਿੱਖਿਆ ਵਾਲੇ ਸ਼ਬਦ, ਗੁਰੂ ਦੀ ਸਿੱਖਿਆ ਵਾਲੇ ਸ਼ਬਦ ਹਿਰਦੇ 'ਚ ਥਾਂ ਦੇ ਦਿੰਦੇ ਤੇ ਕਿਸੇ ਮਾਲਾ ਦੀ, ਪੈਰ ਧੋਣ ਦੀ ਲੋੜ ਨਾ ਪੈਂਦੀ। ਉਹ ਸੀ ਚਰਨ ਬੰਦਨਾ। ਕਿਉਂਕਿ ਮੈਂ ਝੁਕਣ ਲੱਗ ਗਿਆ। ਚਰਨ ਬੰਦਨਾ ਕਹਿੰਦੀ ਗੁਰਬਾਣੀ ਕਿਹੜੀ? ਕਹਿੰਦੀ ਕਿ ਤੂੰ ਲੰਮਾ ਪਿਆਰੇ ਸਿਰ ਸੁੱਟੀ ਰੱਖ, ਸੀਸ ਨਵਾਈਏ ਕਿਆ ਥੀ। ਅਸੀਂ ਗੁਰਬਾਣੀ ਦੀ ਤਰਕ ਨੂੰ, ਵਿਚਾਰ ਨੂੰ ਨਹੀਂ ਸਮਝ ਸਕੇ। ਅਸੀਂ ਗੁਰੂਆਂ ਦੀ ਕਿਰਦਾਰ ਨੂੰ, ਇਸ਼ਾਰਿਆਂ ਨੂੰ, ਵਿਚਾਰ ਨੂੰ ਨਹੀਂ ਸਿੱਖ ਪਾਏ। ਕਿਉਂਕਿ ਉਹਨਾਂ ਚਿਰ ਸਿੱਖਿਆ ਅਜੇ ਦੂਰ ਹੀ ਰਹਿਣੀ ਜਿੰਨਾ ਚਿਰ ਅਸੀਂ ਉਸ ਨੂੰ ਅਮਲ ਨਹੀਂ ਕਰਦੇ। ਅਮਲ ਤੋਂ ਬਿਨਾਂ ਇਹ ਚੀਜ਼ਾਂ ਸਾਡੇ ਲਈ ਅਜੇ ਪੜ੍ਹਨ ਵਾਸਤੇ ਸਹੀ ਹੈ, ਪਰ ਇਹ ਵੇਖਣ ਤੋਂ ਅਜੇ ਦੂਰ ਹੈ। ਕਿਉਂਕਿ ਸਿੱਖਿਆ ਅਮਲ ਨਹੀਂ ਨਾ ਬਣੀ ਅਜੇ। ਅਮਲ ਆ, ਕਿਰਦਾਰ। ਹਜ਼ੂਰ ਦੀ ਹਜ਼ੂਰੀ ਕਰੀਏ। ਤਾਂ ਹਜ਼ੂਰ ਦੀ ਹਜ਼ੂਰੀ ਮਹਾਰਾਜ ਕਹਿੰਦੇ ਨੇ ਕਦੋਂ? ਪਹਿਲਾਂ ਆਪਣੇ ਅੰਦਰ ਟੇਕ। ਕਿਉਂਕਿ ਹਜ਼ੂਰ ਵੀ ਕਿੱਥੇ ਆ? ਅੰਦਰ। ਗੁਰੂ ਵੀ ਕਿੱਥੇ ਆ? ਅੰਦਰ। ਗਿਆਨ ਵੀ ਕਿੱਥੇ ਆ? ਅੰਦਰ। ਅਗਿਆਨਤਾ ਵੀ ਕਿੱਥੇ ਆ? ਅੰਦਰ। ਸ਼ੈਤਾਨੀ ਵੀ ਕਿੱਥੇ ਆ? ਅੰਦਰ। ਅੰਦਰ ਨਾਲ ਲੜੀਏ, ਆਪਣੇ ਅੰਦਰ ਨਾਲ ਲੜੀਏ। ਬਾਹਰ ਨਹੀਂ ਲੜਿਆ ਗੁਜ਼ਾਰਾ। ਬਾਹਰ ਲੜਨਾ ਤਾਂ ਕੋਈ ਸੂਰਮਾ ਬਣ ਜੇ, ਭਗਤ ਬਣਨਾ ਤੇ ਆਪਣੇ ਅੰਦਰ ਨਾਲ ਲੜ। ਜੇ ਇੱਕ ਸਿੱਖ ਬਣਨਾ ਹੈ ਤਾਂ ਫਿਰ ਆਪਣੇ ਅੰਦਰ ਨਾਲ ਲੜ, ਆਪਣੇ ਵਿਕਾਰਾਂ ਨਾਲ ਲੜ, ਆਪਣੇ ਕਿਰਦਾਰ 'ਚ ਸੁਧਾਰ ਲਿਆ। ਜੇ ਸਿੱਖ ਬਣਨਾ ਹੈ ਤਾਂ ਖਾਲਸਾ ਬਣਨਾ ਤੇ ਫਿਰ ਉਸ ਤੋਂ ਵੀ ਔਖੀ ਘਾਟੀ ਹੈ। ਰੂਹ 'ਚੋਂ ਸਿੱਖ ਪੈਦਾ ਹੋਣਾ ਹੈ ਕਿਰਦਾਰ ਦੇ ਰੂਪ ਵਿੱਚ। ਉਸ ਸਿੱਖ ਨੇ ਖਾਲਸਾ ਬਣਨਾ ਹੈ ਕਿਰਦਾਰ ਦੇ ਰੂਪ ਵਿੱਚ। ਤਨ ਮਿੱਟੀ ਹੈ, ਨਾ ਇਹ ਤਨ ਨੇ ਖਾਲਸਾ ਬਣਨਾ ਹੈ, ਨਾ ਤਨ ਨੇ ਸਿੱਖ ਬਣਨਾ ਹੈ। ਰੂਹ ਤੇ ਹੀ ਕਕਾਰ ਪਾਉਣੇ ਪੈਣੇ ਆ, ਰੂਹ ਤੋਂ ਹੀ ਗੁਰਬਾਣੀ ਪੜ੍ਹਨੀ ਪੈਣੀ ਆ, ਰੂਹ ਤੋਂ ਹੀ ਸਿੱਖਣੀ ਪੈਣੀ ਆ, ਰੂਹ ਨੂੰ ਹੀ ਸਿਖਾਉਣਾ ਪੈਣਾ ਹੈ, ਰੂਹ ਨੂੰ ਹੀ ਸਮਝਾਉਣਾ ਪੈਣਾ, ਰੂਹ ਤੋਂ ਹੀ ਹਜ਼ੂਰੀ ਬਣਿਆ ਜਾਣਾ, ਰੂਹ ਤੋਂ ਹੀ ਸਿੱਖ ਬਣਿਆ ਜਾਣਾ, ਰੂਹ ਤੋਂ ਹੀ ਖਾਲਸਾ ਬਣਿਆ ਜਾਣਾ। ਔਰ ਰੂਹ ਨੇ ਹੀ ਹਜ਼ੂਰ ਦੇ ਦਰਸ਼ਨ ਕਰਨੇ ਹਨ। ਸਰੀਰ ਨੇ ਤਾਂ ਸੰਸਾਰ ਦੇ ਰੰਗ ਵੇਖਣੇ। ਆਤਮਾ ਨੇ ਉਸ ਮਾਲਕ ਦੇ, ਉਸ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ। ਆਤਮਕ ਰੂਪ ਵਿੱਚ ਉਬਰਾਜਮਾਨ ਹੈ, ਅੰਦਰ ਦੇ ਨੇਤਰ ਨਾਲ, ਗਿਆਨ ਦੇ ਨੇਤਰ ਨਾਲ, ਇਹਨਾਂ ਅੱਖਾਂ ਨਾਲ ਨਹੀਂ। ਆਪਣੇ ਅਨੁਭਵ ਦੇ ਰਾਹ ਤੁਰਿਆ। ਇਸ
करके गुरु प्यारो एक एक शब्द नूं तोलिया करो। हजूर वो मालक ते हजूरी जदों उस मालक दी हजूरी आ गई, जदों उस मालक दी शरण मिल गई, फिर हजूरी रागी, हजूरी कीर्तनी है। तो उत्थे कीर्तन तो फिर अपने लफजां दा चलना, अपने अखरां दा चलना है। उत्थे पढ़े सुने दी कोई कबूलियत नहीं होंदी, उत्थे पढ़े सुने दी समझे दी कोई कबूलियत नहीं। जिहड़ा करनी चों निकलिया उत्थे अखर रहना, उन्हें कबूल होना है। इस करके गुरु प्यारे छोटे छोटे अखर नूं विचारिया करो, तोलिया करो। हजूरी हजूर दी हजूरी कीतिया ही हजूरी रागी, हजूरी कीर्तनीए बनिया जाना है। क्या सुनिया गुरु दे प्यारे हो, मुआफ करना भुल चुक है। वाहिगुरु बख्शिंद है, मालिक बख्शिंद है, जिन्नी क सोझी उसने बख्शी है, उन्नी क तर्क विचार की सांझता पाने हैं। वाहिगुरु जी का खालसा, वाहिगुरु जी की फतेह।